ਯਿਸੂ ਉੱਥੋਂ ਚਲਾ ਗਿਆ ਅਤੇ ਆਪਣੇ ਨਗਰ ਨੂੰ ਆਇਆ ਅਤੇ ਉਸਦੇ ਚੇਲੇ ਵੀ ਉਸਦੇ ਪਿੱਛੇ ਚਲੇ ਆਏ। ਸਬਤ ਦੇ ਦਿਨ ਉਹ ਸਿਨਾਗੋਗ ਵਿੱਚ ਸਿੱਖਿਆ ਦੇਣ ਲੱਗਾ। ਉਸਦੀ ਸਿੱਖਿਆ ਸੁਣਨ ਵਾਲੇ ਬਹੁਤ ਸਾਰੇ ਲੋਕ ਦੰਗ ਰਹਿ ਗਏ ਅਤੇ ਉਹਨਾਂ ਨੇ ਕਿਹਾ, ਇਸ ਆਦਮੀ ਨੂੰ ਇਹ ਸਭ ਕਿੱਥੋਂ ਮਿਲਿਆ? ਕਿਹੋ ਜਿਹੀ ਸਿਆਣਪ ਇਸ ਨੂੰ ਦਿੱਤੀ ਗਈ ਹੈ? ਕਿਸ ਤਰ੍ਹਾਂ ਦੇ ਮਹਾਨ ਕੰਮ ਇਸ ਦੇ ਹੱਥੋਂ ਹੁੰਦੇ ਹਨ? ਕਿ ਇਹ ਉਹ ਤਰਖਾਨ ਨਹੀਂ ਜੋ ਮਰੀਅਮ ਦਾ ਪੁੱਤਰ ਹੈ ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸਿਮੋਨ ਦਾ ਭਰਾ ਹੈ? ਅਤੇ ਕੀ ਇਸ ਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ? ਇਸ ਤਰ੍ਹਾਂ ਉਹਨਾਂ ਦੇ ਉਸਦੇ ਸਬਬ ਠੋਕਰ ਖਾਧੀ। ਯਿਸੂ ਨੇ ਉਹਨਾਂ ਨੂੰ ਕਿਹਾ, ਨਬੀ ਦਾ ਕਿਤੇ ਵੀ ਨਿਰਾਦਰ ਨਹੀਂ ਹੁੰਦਾ ਸਿਵਾਏ ਉਸਦੇ ਆਪਣੇ ਹੀ ਦੇਸ਼ ਵਿੱਚ ਅਤੇ ਆਪਣੇ ਹੀ ਸੰਬੰਧੀਆਂ ਦੇ ਵਿਚਕਾਰ ਅਤੇ ਆਪਣੇ ਹੀ ਘਰ ਵਿੱਚ। ਉਹ ਉੱਥੇ ਕੋਈ ਕਰਾਮਾਤ ਦਾ ਕੰਮ ਨਾ ਕਰ ਸਕਿਆ ਸਿਵਾਏ ਇਸ ਦੇ ਕਿ ਉਸਨੇ ਕੁਝ ਬਿਮਾਰਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਚੰਗਾ ਕੀਤਾ। ਯਿਸੂ ਉਹਨਾਂ ਦੇ ਈਮਾਨ ਦੀ ਘਾਟ ਉੱਤੇ ਹੈਰਾਨ ਹੋਇਆ। ਫਿਰ ਉਹ ਸਿੱਖਿਆ ਦਿੰਦਾ ਹੋਇਆ ਪਿੰਡੋਂ ਪਿੰਡ ਗਿਆ। ਉਸਨੇ 12 ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ 2-2 ਕਰਕੇ ਭੇਜਣ ਲੱਗਾ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ। ਉਸਨੇ ਉਹਨਾਂ ਨੂੰ ਹਿਦਾਇਤ ਕੀਤੀ ਕਿ ਉਹ ਆਪਣੇ ਸਫ਼ਰ ਲਈ ਸਿਵਾਏ ਲਾਠੀ ਦੇ ਹੋਰ ਕੁਝ ਨਾ ਲੈਣ, ਨਾ ਰੋਟੀ, ਨਾ ਚੋਲੀ ਅਤੇ ਨਾ ਆਪਣੇ ਬਟੂਏ ਵਿੱਚ ਪੈਸੇ, ਪਰ ਉਹ ਪੈਰੀ ਜੁੱਤੀ ਪਾ ਲੈਣ ਅਤੇ 2 ਕੁੜਤੇ ਨਾ ਪਹਿਨਣ। ਉਸਨੇ ਉਹਨਾਂ ਨੂੰ ਆਖਿਆ, ਜਿੱਥੇ ਵੀ ਤੁਸੀਂ ਕਿਸੇ ਘਰ ਵਿੱਚ ਦਾਖਲ ਹੋਵੋ ਉੱਥੇ ਹੀ ਰਹਿਣਾ ਜਦੋਂ ਤੱਕ ਤੁਸੀਂ ਉਸ ਜਗ੍ਹਾ ਤੋਂ ਵਿਦਾ ਨਹੀਂ ਲੈਂਦੇ। ਜੇਕਰ ਕਿਸੇ ਥਾਂ ਤੁਹਾਡਾ ਸਵਾਗਤ ਨਾ ਹੋਵੇ ਅਤੇ ਲੋਕ ਤੁਹਾਡੀਆਂ ਗੱਲਾਂ ਸੁਣਨ ਤੋਂ ਇਨਕਾਰ ਕਰਨ ਤਾਂ ਉਸ ਥਾਂ ਤੋਂ ਵਿਦਾ ਹੋਣ ਸਮੇਂ ਤੁਸੀਂ ਉਹਨਾਂ ਦੇ ਖਿਲਾਫ ਸਬੂਤ ਲਈ ਆਪਣੇ ਪੈਰਾਂ ਉੱਤੇ ਲੱਗੀ ਧੂੜ ਝਾੜ ਦਿਓ। ਇਸ ਲਈ ਉਹ ਚਲੇ ਗਏ ਅਤੇ ਪ੍ਰਚਾਰ ਕੀਤਾ ਕਿ ਲੋਕ ਪਛਤਾਵਾ ਕਰਨ। ਉਹਨਾਂ ਨੇ ਬਹੁਤ ਸਾਰੀਆਂ ਬਦਰੂਹਾਂ ਕੱਢੀਆਂ ਅਤੇ ਬਹੁਤ ਸਾਰੇ ਬਿਮਾਰਾਂ ਉੱਤੇ ਤੇਲ ਮਲ ਕੇ ਉਹਨਾਂ ਨੂੰ ਚੰਗਾ ਕੀਤਾ। ਰਾਜਾ ਹੈਰੋਦੀਸ ਨੇ ਇਸ ਦੇ ਬਾਰੇ ਸੁਣਿਆ ਕਿਉਂਕਿ ਯਿਸੂ ਦਾ ਨਾਂ ਮਸ਼ਹੂਰ ਹੋ ਗਿਆ ਸੀ। ਕੁਝ ਲੋਕ ਕਹਿੰਦੇ ਸਨ, ਯਹੂਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਇਸ ਲਈ ਉਹ ਇੰਨੇ ਮਹਾਨ ਚਮਤਕਾਰ ਵਿਖਾ ਰਿਹਾ ਹੈ। ਪਰ ਦੂਜੇ ਲੋਕ ਕਹਿੰਦੇ ਸਨ, ਇਹ ਏਲੀਆ ਹੈ। ਹੋਰ ਕੁਝ ਲੋਕ ਕਹਿੰਦੇ ਸਨ, ਪੁਰਾਣੇ ਨਬੀਆਂ ਵਾਂਗ ਇਹ ਇੱਕ ਨਬੀ ਹੈ। ਪਰ ਜਦੋਂ ਹੈਰੋਦੀਸ ਨੇ ਇਹ ਸੁਣਿਆ ਤਾਂ ਉਸਨੇ ਕਿਹਾ, ਯਹੂਨਾ ਜਿਸ ਦਾ ਸਿਰ ਮੈਂ ਵਡਵਾਇਆ ਸੀ ਫਿਰ ਜੀ ਉੱਠਿਆ ਹੈ। ਕਿਉਂ ਜੋ ਹੈਰੋਦੀਸ ਨੇ ਆਪਣੇ ਭਰਾ ਫਿਲਿਪ ਦੀ ਪਤਨੀ ਹੈਰੋਦੀਆਸ ਦੀ ਖਾਤਰ ਆਪ ਆਦਮੀ ਕੱਲੇ ਸਨ ਜਿਨ੍ਹਾਂ ਉਸ ਨੂੰ ਗ੍ਰਿਫਤਾਰ ਕਰਕੇ ਕੈਦ ਵਿੱਚ ਬੰਨ ਰੱਖਿਆ ਸੀ, ਕਿਉਂਕਿ ਹੈਰੋਦੀਸ ਨੇ ਉਸ ਔਰਤ ਨਾਲ ਵਿਆਹ ਕਰ ਲਿਆ ਸੀ ਅਤੇ ਯਹੂਨਾ ਹੈਰੋਦੀਸ ਨੂੰ ਕਿਹਾ ਕਰਦਾ ਸੀ, ਆਪਣੇ ਭਰਾ ਦੀ ਪਤਨੀ ਨੂੰ ਰੱਖਣਾ ਤੇਰੇ ਲਈ ਜਾਇਜ਼ ਨਹੀਂ ਹੈ। ਇਸ ਲਈ ਹੈਰੋਦੀਆਸ ਯਹੂਨਾ ਤੇ ਖਾਰ ਖਾਂਦੀ ਸੀ ਅਤੇ ਉਹ ਉਸ ਨੂੰ ਮਾਰ ਦੇਣਾ ਚਾਹੁੰਦੀ ਸੀ, ਪਰ ਉਹ ਇੰਜ ਕਰ ਨਹੀਂ ਸੀ ਸਕਦੀ ਕਿਉਂਕਿ ਹੈਰੋਦੀਆਸ ਇਹ ਜਾਣਦੇ ਹੋਏ ਕਿ ਯਹੂਨਾ ਧਰਮੀ ਅਤੇ ਸੰਤ ਹੈ, ਉਸ ਤੋਂ ਡਰਦਾ ਸੀ ਅਤੇ ਉਸ ਦੀ ਰੱਖਿਆ ਕਰਦਾ ਸੀ। ਜਦੋਂ ਉਹ ਉਸ ਦਾ ਉਪਦੇਸ਼ ਸੁਣਦਾ ਤਾਂ ਉਹ ਬਹੁਤ ਹੀ ਘਬਰਾ ਜਾਂਦਾ ਸੀ। ਫਿਰ ਵੀ ਉਹ ਉਸ ਨੂੰ ਸੁਣਨਾ ਪਸੰਦ ਕਰਦਾ ਸੀ। ਪਰ ਇੱਕ ਮੌਕਾ ਆਇਆ ਜਦੋਂ ਹੈਰੋਦੀਆਸ ਨੇ ਆਪਣੇ ਜਨਮ ਦਿਨ ਤੇ ਆਪਣੇ ਦਰਬਾਰੀਆਂ ਨੂੰ, ਸੈਨਾ ਦੇ ਅਫਸਰਾਂ ਨੂੰ ਅਤੇ ਗਲੀਲ ਦੇ ਪ੍ਰਮੁੱਖ ਲੋਕਾਂ ਨੂੰ ਇੱਕ ਦਾਵਤ ਦਿੱਤੀ ਸੀ। ਉਸ ਮੌਕੇ ਉੱਤੇ ਹੈਰੋਦੀਆਸ ਦੀ ਧੀ ਆਈ ਅਤੇ ਉਸ ਨੇ ਆਪਣਾ ਨਾਚ ਪੇਸ਼ ਕੀਤਾ ਅਤੇ ਹੈਰੋਦੀਆਸ ਨਾਲ ਉਸਦੇ ਪ੍ਰਾਹੁਣਿਆਂ ਨੂੰ ਖੁਸ਼ ਕਰ ਦਿੱਤਾ। ਰਾਜੇ ਨੇ ਲੜਕੀ ਨੂੰ ਕਿਹਾ, ਜੋ ਚਾਹੇ ਸੋ ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਉਹ ਦੇਵਾਂਗਾ। ਫਿਰ ਉਸਨੇ ਉਸਦੇ ਸਾਹਮਣੇ ਸਹੁੰ ਖਾ ਕੇ ਕਿਹਾ, ਜੋ ਕੁਝ ਵੀ ਤੂੰ ਮੇਰੇ ਤੋਂ ਮੰਗੇਂਗੀ, ਭਾਵੇਂ ਮੇਰਾ ਅੱਧਾ ਰਾਜ ਕਿਉਂ ਨਾ ਹੋਵੇ, ਮੈਂ ਤੈਨੂੰ ਦੇਵਾਂਗਾ। ਲੜਕੀ ਬਾਹਰ ਗਈ ਅਤੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ? ਉਸਨੇ ਕਿਹਾ, ਯਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ। ਉਹ ਤੁਰੰਤ ਦੌੜਦੀ ਹੋਈ ਰਾਜੇ ਕੋਲ ਆਈ ਅਤੇ ਇਹ ਕਹਿੰਦੇ ਹੋਏ ਮੰਗ ਕੀਤੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਸ ਵਕਤ ਥਾਲ ਵਿੱਚ ਰੱਖ ਕੇ ਯਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ। ਰਾਜੇ ਨੂੰ ਬਹੁਤ ਹੀ ਦੁੱਖ ਲੱਗਾ, ਪਰ ਆਪਣੀ
ਸਹੁੰ ਅਤੇ ਆਪਣੇ ਪ੍ਰਾਹੁਣਿਆਂ ਦੇ ਕਰਕੇ ਉਹ ਲੜਕੀ ਨੂੰ ਦਿੱਤਾ ਗਿਆ ਵਚਨ ਤੋੜਨਾ ਨਹੀਂ ਚਾਹੁੰਦਾ ਸੀ। ਰਾਜੇ ਨੇ ਤੁਰੰਤ ਗਾਰਦ ਦੇ ਇੱਕ ਸਿਪਾਹੀ ਨੂੰ ਘੱਲ ਕੇ ਯਹੂਨਾ ਦਾ ਸਿਰ ਲੈ ਕੇ ਆਉਣ ਦਾ ਹੁਕਮ ਦਿੱਤਾ। ਉਸਨੇ ਜਾ ਕੇ ਕੈਦ ਵਿੱਚ ਯਹੂਨਾ ਦਾ ਸਿਰ ਵੱਢਿਆ ਅਤੇ ਥਾਲ ਵਿੱਚ ਰੱਖ ਕੇ ਲੜਕੀ ਨੂੰ ਦੇ ਦਿੱਤਾ ਅਤੇ ਲੜਕੀ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ। ਜਦੋਂ ਯਹੂਨਾ ਦੇ ਚੇਲਿਆਂ ਨੇ ਇਸ ਬਾਰੇ ਸੁਣਿਆ ਤਾਂ ਉਹਨਾਂ ਨੇ ਆ ਕੇ ਉਸ ਦਾ ਸਰੀਰ ਲੈ ਲਿਆ ਅਤੇ ਉਸ ਨੂੰ ਕਬਰ ਵਿੱਚ ਰੱਖ ਦਿੱਤਾ। ਰਸੂਲਾਂ ਨੇ ਵਾਪਸ ਯਿਸੂ ਕੋਲ ਆ ਕੇ ਉਸ ਨੂੰ ਇਹ ਸਭ ਕੁਝ ਦੱਸਿਆ ਜੋ ਉਹਨਾਂ ਨੇ ਕੀਤਾ ਅਤੇ ਸਿਖਾਇਆ ਸੀ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਅਲੱਗ ਹੀ ਕਿਸੇ ਸੁਨਸਾਨ ਥਾਂ ਵਿੱਚ ਚੱਲੋ ਅਤੇ ਥੋੜੀ ਦੇਰ ਲਈ ਆਰਾਮ ਕਰੋ, ਕਿਉਂਕਿ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਸਨ ਅਤੇ ਉਹਨਾਂ ਨੂੰ ਭੋਜਨ ਕਰਨ ਦੀ ਵੀ ਫੁਰਸਤ ਨਹੀਂ ਸੀ। ਉਹ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਇਕੱਲੇ ਹੀ ਇੱਕ ਸੁਨਸਾਨ ਥਾਂ ਵੱਲ ਚੱਲ ਪਏ। ਤਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਜਾਂਦੇ ਵੇਖ ਲਿਆ ਅਤੇ ਲੋਕ ਉਹਨਾਂ ਨੂੰ ਜਾਣਦੇ ਸਨ ਅਤੇ ਉਹ ਸ਼ਹਿਰ ਤੋਂ ਪੈਦਲ ਹੀ ਦੌੜ ਕੇ ਉਹਨਾਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। ਜਦੋਂ ਕਿਸ਼ਤੀ ਤੋਂ ਥੱਲੇ ਉਤਰਿਆ ਤਾਂ ਉਸਨੇ ਇੱਕ ਵੱਡੀ ਭੀੜ ਨੂੰ ਵੇਖਿਆ ਅਤੇ ਉਸ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ, ਅਤੇ ਉਹ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਣ ਲੱਗਾ। ਜਦੋਂ ਦਿਨ ਟਲ ਗਿਆ ਤਾਂ ਉਸ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ, ਇਹ ਸੁਨਸਾਨ ਥਾਂ ਹੈ ਅਤੇ ਹੁਣ ਦਿਨ ਬਹੁਤ ਟਲ ਗਿਆ ਹੈ, ਲੋਕਾਂ ਨੂੰ ਵਿਦਾ ਕਰੋ ਕਿ ਉਹ ਲਾਗੇ ਦੇ ਦੇਹਾਤਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਖਾਣ ਲਈ ਕੁਝ ਖਰੀਦ ਲੈਣ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਉਹਨਾਂ ਨੂੰ ਖਾਣ ਲਈ ਕੁਝ ਦਿਓ। ਉਹਨਾਂ ਨੇ ਉਸ ਨੂੰ ਕਿਹਾ ਕਿ ਅਸੀਂ ਜਾ ਕੇ 200 ਦਿਨਾਰ ਦੀਆਂ ਰੋਟੀਆਂ ਖਰੀਦ ਕੇ ਉਹਨਾਂ ਨੂੰ ਖਾਣ ਲਈ ਦਈਏ। ਉਸਨੇ ਉਹਨਾਂ ਨੂੰ ਕਿਹਾ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾ ਕੇ ਵੇਖੋ। ਉਹਨਾਂ ਨੇ ਪਤਾ ਕਰਕੇ ਦੱਸਿਆ, 5 ਰੋਟੀਆਂ ਅਤੇ 2 ਮੱਛੀਆਂ। ਫਿਰ ਉਸਨੇ ਉਹਨਾਂ ਸਾਰਿਆਂ ਨੂੰ ਹਰੇ ਘਾਹ ਉੱਤੇ ਟੋਲੀਆਂ ਵਿੱਚ ਬੈਠਣ ਦੀ ਆਗਿਆ ਦਿੱਤੀ। ਇਸ ਲਈ ਉਹ 100 ਅਤੇ 50 ਦੇ ਟੋਲਿਆਂ ਵਿੱਚ ਬੈਠ ਗਏ। ਯਿਸੂ ਨੇ 5 ਰੋਟੀਆਂ ਅਤੇ 2 ਮੱਛੀਆਂ ਨੂੰ ਲੈ ਕੇ ਸਵਰਗ ਵੱਲ ਨਿਗਾਹ ਕੀਤੀ ਅਤੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਕਿ ਉਹ ਲੋਕ ਅੱਗੇ ਪਰੋਸ ਦੇਣ। ਫਿਰ ਉਸਨੇ ਉਹਨਾਂ 2 ਮੱਛੀਆਂ ਨੂੰ ਉਹਨਾਂ ਸਾਰਿਆਂ ਵਿੱਚ ਵੰਡ ਦਿੱਤਾ। ਉਹ ਸਾਰੇ ਖਾ ਕੇ ਰੱਜ ਗਏ। ਫਿਰ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਅਤੇ ਮੱਛੀਆਂ ਨੂੰ ਇਕੱਠੇ ਕਰਕੇ 12 ਟੋਕਰੇ ਭਰੇ। ਰੋਟੀ ਖਾਣ ਵਾਲਿਆਂ ਦੀ ਗਿਣਤੀ 5,000 ਆਦਮੀ ਸੀ। ਤੁਰੰਤ ਹੀ ਉਸਨੇ ਆਪਣੇ ਚੇਲਿਆਂ ਨੂੰ ਕਿਸ਼ਤੀ ਵਿੱਚ ਚੜ੍ਹ ਕੇ ਉਸ ਤੋਂ ਅਗੇਤੇ ਦੂਜੇ ਪਾਸੇ ਬੈਤਸੈਦਾ ਨੂੰ ਜਾਣ ਲਈ ਮਜਬੂਰ ਕੀਤਾ, ਜਦ ਕਿ ਉਸਨੇ ਆਪ ਭੀੜ ਨੂੰ ਵਿਦਾ ਕੀਤਾ। ਉਹਨਾਂ ਨੂੰ ਵਿਦਾ ਕਰਨ ਦੇ ਬਾਅਦ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ। ਜਦੋਂ ਸ਼ਾਮ ਹੋਈ ਤਾਂ ਕਿਸ਼ਤੀ ਕਾਫੀ ਦੂਰ ਸਮੁੰਦਰ ਵਿੱਚ ਸੀ ਅਤੇ ਉਹ ਇਕੱਲਾ ਧਰਤੀ ਉੱਤੇ ਸੀ। ਉਸਨੇ ਵੇਖਿਆ ਕਿ ਚੇਲੇ ਕਿਸ਼ਤੀ ਚਲਾਉਣ ਵਿੱਚ ਦਿੱਕਤ ਮਹਿਸੂਸ ਕਰ ਰਹੇ ਸਨ, ਕਿਉਂਕਿ ਹਵਾ ਉਹਨਾਂ ਦੇ ਖਿਲਾਫ ਸੀ। ਰਾਤ ਦੇ ਲਗਭਗ ਚੌਥੇ ਪਹਿਰ ਉਹ ਸਮੁੰਦਰ ਉੱਤੇ ਚੱਲਦੇ ਹੋਏ ਉਹਨਾਂ ਤੱਕ ਆਇਆ। ਉਸ ਦਾ ਇਰਾਦਾ ਉਹਨਾਂ ਨੂੰ ਅਣਦੇਖਾ ਕਰਕੇ ਅੱਗੇ ਲੰਘ ਜਾਣ ਦਾ ਸੀ, ਪਰ ਜਦੋਂ ਉਹਨਾਂ ਨੇ ਉਸ ਨੂੰ ਸਮੁੰਦਰ ਉੱਤੇ ਤੁਰਦੇ ਵੇਖਿਆ ਤਾਂ ਉਹਨਾਂ ਸੋਚਿਆ ਕਿ ਉਹ ਕੋਈ ਭੂਤ ਹੈ ਅਤੇ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ, ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨੂੰ ਵੇਖਿਆ ਸੀ ਕਿ ਉਹ ਹੜਬੜਾ ਗਏ ਸਨ। ਪਰ ਉਸਨੇ ਤੁਰੰਤ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਨੂੰ ਕਿਹਾ, ਹੌਸਲਾ ਰੱਖੋ, ਇਹ ਮੈਂ ਹਾਂ, ਡਰੋ ਨਹੀਂ। ਤਦ ਉਸ ਦੇ ਨਾਲ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਹਵਾ ਬੰਦ ਹੋ ਗਈ। ਚੇਲੇ ਪੂਰੀ ਤਰ੍ਹਾਂ ਹੱਕੇ ਬੱਕੇ ਰਹਿ ਗਏ ਸਨ, ਕਿਉਂਕਿ ਉਹ ਰੋਟੀਆਂ ਦੇ ਚਮਤਕਾਰ ਬਾਰੇ ਨਹੀਂ ਸਮਝੇ ਸਨ, ਸਗੋਂ ਉਹ ਪੱਥਰ ਚਿੱਤ ਬਣੇ ਹੋਏ ਸਨ। ਸਮੁੰਦਰ ਪਾਰ ਕਰਨ ਦੇ ਬਾਅਦ ਉਹ ਗਨੇਤਸਰ ਦੀ ਧਰਤੀ ਉੱਤੇ ਆਏ ਅਤੇ ਉਹਨਾਂ ਨੇ ਕਿਸ਼ਤੀ ਦੇ ਕੰਢੇ ਉੱਤੇ ਬੰਨ੍ਹ ਦਿੱਤਾ। ਜਦੋਂ ਉਹ ਕਿਸ਼ਤੀ ਵਿੱਚੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਯਿਸੂ ਨੂੰ ਝੱਟ ਪਹਿਚਾਣ ਲਿਆ ਅਤੇ ਉਹ ਦੌੜ ਕੇ ਆਲੇ ਦੁਆਲੇ ਦੇ ਸਾਰੇ ਇਲਾਕਿਆਂ ਵਿੱਚੋਂ ਬਿਮਾਰਾਂ ਨੂੰ ਮੰਜੀਆਂ ਉੱਤੇ ਲੈ ਕੇ ਉਸ ਥਾਂ ਲਿਆਉਣ ਲੱਗੇ ਜਿੱਥੇ ਕਿਤੇ ਉਹ ਸੁਣਦੇ ਸਨ ਕਿ ਉਹ ਹੈ। ਪਿੰਡ, ਸ਼ਹਿਰ ਜਾਂ ਦਿਹਾਤ, ਜਿੱਥੇ ਕਿਤੇ ਵੀ ਉਹ ਆਇਆ, ਲੋਕਾਂ ਨੇ ਬਿਮਾਰਾਂ ਨੂੰ ਚੌਂਕਾਂ ਵਿੱਚ ਰੱਖ ਦਿੱਤਾ ਅਤੇ ਉਸ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਨੂੰ ਆਪਣੇ ਕੱਪੜਿਆਂ ਦਾ ਪੱਲਾ ਛੂਹ ਲੈਣ ਦੇਵੇ। ਜਿਨ੍ਹਾਂ ਨੇ ਵੀ ਉਸ ਦਾ ਪੱਲਾ ਛੂਹਿਆ ਉਹ ਸਾਰੇ
ਚੰਗੇ ਹੋ ਗਏ। ਸੰਤ ਮਰਕੁਸ ਦੀ ਅੰਜੀਲ ਉਸਦਾ 7 ਬਾਬ। ਜਦੋਂ ਫਰੀਸੀ ਅਤੇ ਯਰੂਸ਼ਲਮ ਤੋਂ ਆਏ ਹੋਏ ਕੁਝ ਧਰਮ ਗ੍ਰੰਥੀ ਯਿਸੂ ਕੋਲ ਇਕੱਠੇ ਹੋਏ ਤਾਂ ਉਹਨਾਂ ਨੇ ਵੇਖਿਆ ਕਿ ਉਸਦੇ ਕੁਝ ਚੇਲੇ ਅਸ਼ੁੱਧ ਹੱਥਾਂ ਨਾਲ ਯਾਨੀ ਬਿਨਾਂ ਹੱਥ ਧੋਤੇ ਖਾਣਾ ਖਾ ਰਹੇ ਸਨ, ਕਿਉਂਕਿ ਪੁਰਖਿਆਂ ਦੀ ਰਹੂ ਰੀਤ ਦੀ ਪਾਲਣਾ ਕਰਦੇ ਹੋਏ ਫਰੀਸੀ ਅਤੇ ਸਾਰੇ ਯਹੂਦੀ ਆਪਣੇ ਹੱਥ ਧੋਤੇ ਬਿਨਾਂ ਕੁਝ ਨਹੀਂ ਖਾਂਦੇ ਸਨ। ਜਦੋਂ ਉਹ ਬਾਜ਼ਾਰ ਤੋਂ ਵਾਪਸ ਆਉਂਦੇ ਸਨ ਤਾਂ ਉਹ ਆਪਣੇ ਆਪ ਨੂੰ ਪੂਰਾ ਸ਼ੁੱਧ ਕੀਤੇ ਬਿਨਾਂ ਖਾਣਾ ਨਹੀਂ ਖਾਂਦੇ ਸਨ। ਹੋਰ ਵੀ ਬਹੁਤ ਸਾਰੇ ਰੀਤੀ ਰਿਵਾਜਾਂ ਦੀ ਉਹ ਪਾਲਣਾ ਕਰਦੇ ਹਨ, ਜਿਵੇਂ ਪਿਆਲੇ, ਭਾਂਡੇ ਅਤੇ ਤਾਂਬੇ ਦੇ ਬਰਤਨ ਧੋਣੇ। ਫਰੀਸੀਆਂ ਅਤੇ ਧਰਮ ਗ੍ਰੰਥੀਆਂ ਨੇ ਉਸ ਨੂੰ ਪੁੱਛਿਆ, ਤੇਰੇ ਚੇਲੇ ਪੁਰਖਿਆਂ ਦੀ ਰਹੂ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ, ਸਗੋਂ ਉਹ ਅਸ਼ੁੱਧ ਹੱਥਾਂ ਨਾਲ ਖਾਣਾ ਖਾਂਦੇ ਹਨ। ਉਸਨੇ ਉਹਨਾਂ ਨੂੰ ਕਿਹਾ, ਤੁਹਾਡੇ ਪਖੰਡੀਆਂ ਬਾਰੇ ਯਸ਼ਾਇਆ ਨੇ ਠੀਕ ਭਵਿੱਖਬਾਣੀ ਕੀਤੀ ਸੀ, ਜਿਵੇਂ ਕਿ ਲਿਖਿਆ ਹੈ, ਇਹ ਲੋਕ ਆਪਣੇ ਬੁੱਲਾਂ ਨਾਲ ਮੈਨੂੰ ਵਡਿਆਉਂਦੇ ਹਨ, ਪਰ ਇਹਨਾਂ ਦੇ ਦਿਲ ਮੈਥੋਂ ਦੂਰ ਹਨ। ਇਹ ਬੇਫਾਇਦਾ ਮੇਰੀ ਉਪਾਸਨਾ ਕਰਦੇ ਹਨ ਅਤੇ ਮਨੁੱਖੀ ਆਦੇਸ਼ਾਂ ਨੂੰ ਧਰਮ ਸਿੱਖਿਆ ਵਜੋਂ ਸਿਖਾਉਂਦੇ ਹਨ। ਤੁਸੀਂ ਖੁਦਾ ਦੀ ਆਗਿਆ ਨੂੰ ਛੱਡ ਦਿੰਦੇ ਹੋ ਅਤੇ ਮਨੁੱਖੀ ਰੀਤੀ ਰਿਵਾਜਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋ। ਤਦ ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਆਪਣੇ ਰਹੂ ਰੀਤ ਦਾ ਪਾਲਣ ਕਰਨ ਲਈ ਖੁਦਾ ਦੀ ਆਗਿਆ ਨੂੰ ਬੜੀ ਆਸਾਨੀ ਨਾਲ ਰੱਦ ਦਿੰਦੇ ਹੋ, ਕਿਉਂਕਿ ਮੂਸਾ ਨੇ ਕਿਹਾ ਹੈ, ਆਪਣੇ ਪਿਓ ਅਤੇ ਆਪਣੀ ਮਾਂ ਦਾ ਆਦਰ ਕਰ ਅਤੇ ਜੋ ਕੋਈ ਆਪਣੇ ਪਿਓ ਜਾਂ ਮਾਂ ਦੇ ਬਾਰੇ ਬੁਰਾ ਬੋਲਦਾ ਹੈ ਉਹ ਜ਼ਰੂਰ ਮਾਰਿਆ ਜਾਵੇ। ਪਰ ਤੁਸੀਂ ਕਹਿੰਦੇ ਹੋ, ਜੇਕਰ ਕੋਈ ਆਦਮੀ ਆਪਣੇ ਪਿਓ ਜਾਂ ਆਪਣੀ ਮਾਂ ਨੂੰ ਕਹਿੰਦਾ ਹੈ, ਜੋ ਕੁਝ ਤੈਨੂੰ ਮੇਰੇ ਤੋਂ ਮਿਲਣਾ ਸੀ ਉਹ ਕੁਰਬਾਨ ਅਰਥਾਤ ਉਹ ਖੁਦਾ ਨੂੰ ਭੇਟ ਚੜ੍ਹਾ ਦਿੱਤਾ ਗਿਆ ਹੈ, ਫਿਰ ਤੁਸੀਂ ਅੱਗੇ ਤੋਂ ਉਸ ਨੂੰ ਆਪਣੇ ਪਿਓ ਜਾਂ ਆਪਣੀ ਮਾਂ ਦੇ ਲਈ ਕੁਝ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹੋ। ਇਸ ਲਈ ਆਪਣੇ ਰੀਤੀ ਰਿਵਾਜ ਦੇ ਰਾਹੀਂ ਜਿਸ ਨੂੰ ਤੁਸੀਂ ਅੱਗੇ ਤੋਂ ਅੱਗੇ ਤੋਰੀ ਰੱਖਦੇ ਹੋ, ਖੁਦਾ ਦੇ ਵਚਨ ਨੂੰ ਵਿਅਰਥ ਬਣਾ ਦਿੰਦੇ ਹੋ। ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਤੁਸੀਂ ਕਰਦੇ ਹੋ। ਉਸਨੇ ਫਿਰ ਲੋਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਕਿਹਾ, ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਸਮਝੋ। ਬਾਹਰ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਭ੍ਰਿਸ਼ਟ ਕਰ ਸਕੇ, ਪਰ ਜੋ ਚੀਜ਼ਾਂ ਮਨੁੱਖ ਦੇ ਅੰਦਰੋਂ ਨਿਕਲਦੀਆਂ ਹਨ ਉਹ ਹੀ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ। ਜਦੋਂ ਲੋਕਾਂ ਨੂੰ ਛੱਡ ਕੇ ਉਹ ਘਰ ਵਿੱਚ ਦਾਖਲ ਹੋਇਆ ਤਾਂ ਉਸ ਦੇ ਚੇਲਿਆਂ ਨੇ ਉਸ ਤਮਸੀਲ ਬਾਰੇ ਉਸ ਤੋਂ ਪੁੱਛਿਆ। ਉਸਨੇ ਉਹਨਾਂ ਨੂੰ ਕਿਹਾ, ਫਿਰ ਤੁਸੀਂ ਵੀ ਨਾ ਸਮਝ ਹੋ ਕਿ ਤੁਸੀਂ ਨਹੀਂ ਵੇਖਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਭ੍ਰਿਸ਼ਟ ਕਰ ਸਕਦਾ ਹੈ, ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਸਗੋਂ ਉਸ ਦੇ ਢਿੱਡ ਵਿੱਚ ਚਲਾ ਗਿਆ ਹੈ ਅਤੇ ਇਸੇ ਤਰ੍ਹਾਂ ਬਾਹਰ ਨਿਕਲ ਜਾਂਦਾ ਹੈ। ਇਸ ਤਰ੍ਹਾਂ ਉਸਨੇ ਸਾਰੇ ਭੋਜਨਾਂ ਨੂੰ ਸ਼ੁੱਧ ਠਹਿਰਾਇਆ। ਉਸਨੇ ਅੱਗੇ ਹੋਰ ਕਿਹਾ, ਮਨੁੱਖ ਦੇ ਅੰਦਰੋਂ ਜੋ ਨਿਕਲਦਾ ਹੈ ਉਹ ਉਸ ਨੂੰ ਭ੍ਰਿਸ਼ਟ ਕਰਦਾ ਹੈ, ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਆਉਂਦੇ ਹਨ ਬੁਰੇ ਵਿਚਾਰ, ਪਰਗਮਨ, ਚੋਰੀ, ਕਤਲ, ਵਿਭਚਾਰ, ਲਾਲਚ, ਦੁਸ਼ਟਤਾ, ਧੋਖਾ, ਦੁਰਾਚਾਰ, ਈਰਖਾ, ਕੁਫਰ, ਹੰਕਾਰ ਅਤੇ ਮੂਰਖਤਾ। ਇਹ ਸਾਰੀਆਂ ਬੁਰਾਈਆਂ ਅੰਦਰੋਂ ਆਉਂਦੀਆਂ ਹਨ ਅਤੇ ਇਹ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਯਿਸੂ ਉੱਥੋਂ ਉੱਠ ਕੇ ਤੀਰੁਸ ਦੇ ਇਲਾਕੇ ਨੂੰ ਚਲਾ ਗਿਆ। ਉਹ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਇਸ ਦਾ ਪਤਾ ਲੱਗੇ। ਫਿਰ ਵੀ ਉਹ ਲੁਕਿਆ ਨਹੀਂ ਰਹਿ ਸਕਿਆ, ਸਗੋਂ ਇੱਕ ਔਰਤ ਨੇ ਜਿਸ ਦੀ ਛੋਟੀ ਜਿਹੀ ਬੱਚੀ ਨੂੰ ਅਸ਼ੁੱਧ ਆਤਮਾ ਚੰਬੜੀ ਹੋਈ ਸੀ, ਝੱਟ ਉਸ ਦੇ ਬਾਰੇ ਸੁਣਿਆ ਅਤੇ ਉਹ ਆ ਕੇ ਉਸ ਦੇ ਚਰਨਾਂ 'ਤੇ ਡਿੱਗ ਪਈ। ਉਹ ਔਰਤ ਯੂਨਾਨੀ ਸੀ ਅਤੇ ਜਨਮ ਤੋਂ ਸਿਰੋਫਿਨੀਕੀ ਸੀ। ਉਸਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੀ ਧੀ ਵਿੱਚੋਂ ਭੂਤ ਨੂੰ ਕੱਢ ਦੇਵੇ।
ਯਿਸੂ ਨੇ ਔਰਤ ਨੂੰ ਕਿਹਾ, ਪਹਿਲਾਂ ਬੱਚਿਆਂ ਨੂੰ ਰੱਜ ਕੇ ਖਾ ਲੈਣ ਦਿਓ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਨੂੰ ਪਾਉਣੀ ਠੀਕ ਨਹੀਂ ਹੈ। ਪਰ ਔਰਤ ਨੇ ਉਸ ਨੂੰ ਉੱਤਰ ਦਿੱਤਾ, ਜੀ ਹਾਂ ਪ੍ਰਭੂ, ਫਿਰ ਵੀ ਕੁੱਤੇ ਮੇਜ਼ ਦੇ ਥੱਲੇ ਬੱਚਿਆਂ ਦੀ ਰੋਟੀ ਦਾ ਚੂਰਾ ਪੂਰਾ ਖਾਂਦੇ ਹਨ। ਯਿਸੂ ਨੇ ਔਰਤ ਨੂੰ ਕਿਹਾ, ਕਿਉਂ ਜੋ ਤੂੰ ਇੰਜ ਆਖਿਆ ਹੈ, ਜਾ ਭੂਤ ਤੇਰੀ ਧੀ ਵਿੱਚੋਂ ਨਿਕਲ ਗਿਆ। ਸੋ ਉਹ ਔਰਤ ਆਪਣੇ ਘਰ ਚਲੀ ਗਈ ਅਤੇ ਉਸਨੇ ਆਪਣੀ ਧੀ ਨੂੰ ਮੰਜੀ ਉੱਤੇ ਪਈ ਵੇਖਿਆ ਅਤੇ ਭੂਤ ਉਸ ਵਿੱਚੋਂ ਨਿਕਲ ਚੁੱਕਿਆ ਸੀ। ਫਿਰ ਯਿਸੂ ਤੀਰੂਸ ਦੇ ਇਲਾਕੇ ਤੋਂ ਪਿਛਾਂਹ ਮੁੜਿਆ ਅਤੇ ਉਹ ਸਿਦੋਨ ਹੁੰਦੇ ਹੋਏ ਡੈਕਾਪੋਲਿਸ ਦੇ ਖੇਤਰ ਵਿੱਚੋਂ ਦੀ ਗਲੀਲ ਦੇ ਸਾਗਰ ਤੱਕ ਪਹੁੰਚਿਆ। ਲੋਕ ਇੱਕ ਬੋਲੇ ਅਤੇ ਗੂੰਗੇ ਨੂੰ ਉਸ ਦੇ ਕੋਲ ਲੈ ਕੇ ਆਏ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਉਹ ਆਪਣਾ ਹੱਥ ਉਸ ਉੱਤੇ ਰੱਖੇ। ਉਸ ਨੂੰ ਭੀੜ ਵਿੱਚੋਂ ਇਕੱਲਾ ਹੀ ਵੱਖਰਾ ਕਰਕੇ ਉਸਨੇ ਉਸ ਦੇ ਕੰਨਾਂ ਵਿੱਚ ਆਪਣੀਆਂ ਉਂਗਲੀਆਂ ਪਾਈਆਂ ਅਤੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ। ਫਿਰ ਸਵਰਗ ਵੱਲ ਵੇਖਦੇ ਹੋਏ ਉਸਨੇ ਆ ਭਰੀ ਅਤੇ ਉਸ ਨੂੰ ਕਿਹਾ, ਇਫਾਥਾ ਅਰਥਾਤ ਖੁੱਲ ਜਾ। ਉਸਨੇ ਕੰਨ ਖੁੱਲ ਗਏ, ਉਸ ਦੀ ਜੀਭ ਦਾ ਬੰਧਨ ਟੁੱਟ ਗਿਆ ਅਤੇ ਉਹ ਸਾਫ਼ ਬੋਲਣ ਲੱਗ ਪਿਆ। ਉਸਨੇ ਉਹਨਾਂ ਨੂੰ ਇੱਕ ਤਾਕੀਦ ਦਿੱਤੀ ਕਿ ਉਹ ਇਸ ਦੇ ਬਾਰੇ ਕਿਸੇ ਨੂੰ ਵੀ ਨਾ ਦੱਸਣ, ਪਰ ਜਿੰਨਾ ਹੀ ਉਸਨੇ ਮਨਾ ਕੀਤਾ ਓਨਾ ਹੀ ਵੱਧ ਜੋਸ਼ ਨਾਲ ਉਹਨਾਂ ਨੇ ਇਸ ਦਾ ਪ੍ਰਚਾਰ ਕੀਤਾ। ਉਹਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਹੀਂ ਸੀ। ਉਹ ਕਹਿੰਦੇ ਸਨ, ਉਸਨੇ ਸਭ ਕੁਝ ਚੰਗਾ ਕੀਤਾ ਹੈ। ਉਹ ਬੋਲਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ। ਉਨੀ ਦਿਨੀ ਜਦੋਂ ਇੱਕ ਵੱਡੀ ਭੀੜ ਫਿਰ ਇਕੱਠੀ ਹੋਈ ਅਤੇ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, ਮੈਨੂੰ ਇਹਨਾਂ ਲੋਕਾਂ 'ਤੇ ਤਰਸ ਆਉਂਦਾ ਹੈ, ਕਿਉਂਕਿ ਇਹ ਲੋਕ 3 ਦਿਨਾਂ ਤੋਂ ਮੇਰੇ ਨਾਲ ਹਨ ਅਤੇ ਇਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ। ਜੇਕਰ ਮੈਂ ਇਹਨਾਂ ਨੂੰ ਭੁੱਖੇ ਘਰ ਘੱਲ ਦੇਵਾਂ, ਇਹ ਰਾਹ ਵਿੱਚ ਮੰਦੇ ਪੈ ਜਾਣਗੇ। ਇਹਨਾਂ ਵਿੱਚੋਂ ਕੁਝ ਬਹੁਤ ਦੂਰ ਆਏ ਹੋਏ ਹਨ। ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ, ਕੋਈ ਕਿਸ ਤਰ੍ਹਾਂ ਇਸ ਉਜਾੜ ਥਾਂ ਵਿੱਚ ਇਹਨਾਂ ਲੋਕਾਂ ਨੂੰ ਰੋਟੀ ਖਵਾ ਸਕਦਾ ਹੈ। ਉਸ ਨੇ ਉਹਨਾਂ ਤੋਂ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਸ ਨੇ ਕਿਹਾ, 7। ਯਿਸੂ ਨੇ ਭੀੜ ਨੂੰ ਜ਼ਮੀਨ ਉੱਤੇ ਬੈਠਣ ਦੀ ਆਗਿਆ ਦਿੱਤੀ। ਫਿਰ ਉਸ ਨੇ 7 ਰੋਟੀਆਂ ਲਈਆਂ ਅਤੇ ਧੰਨਵਾਦ ਦੇਣ ਦੇ ਬਾਅਦ ਉਹਨਾਂ ਨੂੰ ਤੋੜ ਕੇ ਚੇਲਿਆਂ ਨੂੰ ਦਿੱਤਾ ਕਿ ਉਹ ਉਹਨਾਂ ਨੂੰ ਲੋਕਾਂ ਅੱਗੇ ਪਰੋਸ ਦੇਣ। ਉਹਨਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ। ਉਹਨਾਂ ਨੂੰ ਬਰਕਤ ਦੇਣ ਤੋਂ ਬਾਅਦ ਉਸਨੇ ਆਗਿਆ ਦਿੱਤੀ ਕਿ ਉਹ ਵੀ ਲੋਕ ਅੱਗੇ ਪਰੋਸ ਦਿੱਤੀਆਂ ਜਾਣ। ਸਾਰਿਆਂ ਨੇ ਖਾਧਾ ਅਤੇ ਰੱਜ ਗਏ। ਫਿਰ ਉਹਨਾਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕੀਤਾ ਅਤੇ 7 ਟੋਕਰੇ ਭਰੇ। ਉੱਥੇ ਲਗਭਗ 4000 ਲੋਕ ਸਨ। ਯਿਸੂ ਨੇ ਲੋਕਾਂ ਨੂੰ ਵਿਦਾ ਕੀਤਾ। ਫਿਰ ਤੁਰੰਤ ਉਹ ਆਪਣੇ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਚੜ੍ਹ ਕੇ ਦਲਮਾਨੂਥਾ ਦੇ ਇਲਾਕੇ ਨੂੰ ਚਲਾ ਗਿਆ। ਫਰੀਸੀ ਆ ਕੇ ਉਸ ਦੇ ਨਾਲ ਬਹਿਸ ਕਰਨ ਲੱਗੇ ਅਤੇ ਉਸ ਦੀ ਪ੍ਰੀਖਿਆ ਲੈਣ ਲਈ ਆਕਾਸ਼ ਤੋਂ ਕੋਈ ਨਿਸ਼ਾਨ ਮੰਗਣ ਲੱਗੇ। ਉਸਨੇ ਆਪਣੇ ਅੰਦਰ ਡੂੰਘੀ ਆ ਭਰੀ ਅਤੇ ਕਿਹਾ, ਇਹ ਪੀੜ੍ਹੀ ਕਿਉਂ ਨਿਸ਼ਾਨ ਮੰਗਦੀ ਹੈ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਪੀੜ੍ਹੀ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਤਦ ਉਹ ਉਹਨਾਂ ਨੂੰ ਛੱਡ ਕੇ ਫਿਰ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਦੂਜੇ ਪਾਰ ਚਲਾ ਗਿਆ। ਚੇਲੇ ਰੋਟੀ ਲਿਆਉਣਾ ਭੁੱਲ ਗਏ ਸਨ ਅਤੇ ਉਹਨਾਂ ਕੋਲ ਕਿਸ਼ਤੀ ਵਿੱਚ ਇੱਕ ਹੀ ਰੋਟੀ ਸੀ। ਉਸਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਚੇਤਾਵਨੀ ਦਿੱਤੀ, ਧਿਆਨ ਦਿਓ, ਫਰੀਸੀਆਂ ਦੇ ਅਤੇ
ਹੈਰੋਦੀਸ ਦੇ ਖਮੀਰ ਤੋਂ ਸਾਵਧਾਨ ਰਹੋ। ਉਹ ਇਸ ਬਾਰੇ ਆਪਸ ਵਿੱਚ ਇਹ ਕਹਿੰਦੇ ਹੋਏ ਬਹਿਸ ਕਰਨ ਲੱਗੇ, ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ। ਅਤੇ ਯਿਸੂ ਨੇ ਇਹ ਜਾਣਦੇ ਹੋਏ ਉਹਨਾਂ ਨੂੰ ਕਿਹਾ, ਤੁਸੀਂ ਇਸ ਗੱਲ ਬਾਰੇ ਬਹਿਸ ਕਿਸ ਲਈ ਕਰਦੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ? ਕਿ ਤੁਸੀਂ ਅਜੇ ਤੱਕ ਨਹੀਂ ਵੇਖਦੇ ਜਾਂ ਨਹੀਂ ਸਮਝਦੇ ਕਿ ਤੁਹਾਡੇ ਦਿਲ ਪੱਥਰ ਹੋ ਗਏ ਹਨ? ਅੱਖਾਂ ਹੁੰਦਿਆਂ ਵੀ ਤੁਸੀਂ ਵੇਖਦੇ ਨਹੀਂ ਅਤੇ ਕੰਨ ਹੁੰਦਿਆਂ ਵੀ ਤੁਸੀਂ ਸੁਣਦੇ ਨਹੀਂ। ਕੀ ਤੁਹਾਨੂੰ ਯਾਦ ਨਹੀਂ ਹੈ ਜਦੋਂ ਮੈਂ 5000 ਲੋਕਾਂ ਦੇ ਲਈ 5 ਰੋਟੀਆਂ ਤੋੜੀਆਂ ਸਨ ਤਾਂ ਤੁਸੀਂ ਇਕੱਠੇ ਕੀਤੇ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਸਨ? ਉਹਨਾਂ ਨੇ ਉਸ ਨੂੰ ਕਿਹਾ 12। ਅਤੇ ਜਦੋਂ ਮੈਂ 4000 ਦੇ ਲਈ 7 ਰੋਟੀਆਂ ਤੋੜੀਆਂ ਤਾਂ ਤੁਸੀਂ ਇਕੱਠੇ ਕੀਤੇ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਸਨ? ਉਹਨਾਂ ਨੇ ਉਸ ਨੂੰ ਕਿਹਾ 7। ਤਦ ਯਿਸੂ ਉਹਨਾਂ ਨੂੰ ਕਿਹਾ ਕਿ ਤੁਸੀਂ ਅਜੇ ਵੀ ਕੁਝ ਨਹੀਂ ਸਮਝੇ। ਉਹ ਬੈਤਸੈਦਾ ਪਹੁੰਚੇ। ਕੁਝ ਲੋਕਾਂ ਨੇ ਇੱਕ ਅੰਨੇ ਆਦਮੀ ਨੂੰ ਉਸ ਕੋਲ ਲਿਆਂਦਾ ਅਤੇ ਉਸ ਅੱਗੇ ਮਿੰਨਤ ਕੀਤੀ ਕਿ ਉਹ ਉਸ ਨੂੰ ਛੂਹੇ। ਉਹ ਅੰਨੇ ਦਾ ਹੱਥ ਫੜ ਕੇ ਉਸ ਨੂੰ ਪਿੰਡ ਦੇ ਬਾਹਰ ਲੈ ਗਿਆ। ਫਿਰ ਉਸ ਨੇ ਉਸ ਦੀਆਂ ਅੱਖਾਂ ਉੱਤੇ ਥੁੱਕ ਕੇ ਉਸ ਉੱਤੇ ਆਪਣੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ ਕਿ ਤੈਨੂੰ ਕੁਝ ਦਿਖਾਈ ਦਿੰਦਾ ਹੈ? ਉਸਨੇ ਉਤਾਂਹ ਵੇਖਿਆ ਅਤੇ ਕਿਹਾ, ਮੈਂ ਲੋਕਾਂ ਨੂੰ ਵੇਖਦਾ ਹਾਂ, ਪਰ ਉਹ ਰੁੱਖਾਂ ਵਰਗੇ ਦਿਖਾਈ ਦਿੰਦੇ ਹਨ ਪਰ ਚੱਲਦੇ ਨਹੀਂ। ਯਿਸੂ ਨੇ ਫਿਰ ਆਪਣੇ ਹੱਥ ਉਸ ਦੀਆਂ ਅੱਖਾਂ ਉੱਤੇ ਰੱਖੇ। ਉਸ ਆਦਮੀ ਨੇ ਨੀਝ ਨਾਲ ਵੇਖਿਆ ਅਤੇ ਉਹ ਚੰਗਾ ਹੋ ਗਿਆ ਅਤੇ ਸਭ ਕੁਝ ਸਾਫ਼ ਦੇਖਣ ਲੱਗ ਪਿਆ। ਯਿਸੂ ਨੇ ਇਹ ਕਹਿੰਦੇ ਹੋਏ ਉਸ ਨੂੰ ਘਰ ਘੱਲ ਦਿੱਤਾ, ਤੂੰ ਇਸ ਪਿੰਡ ਵਿੱਚ ਦਾਖਲ ਨਾ ਹੋ ਅਤੇ ਨਾ ਹੀ ਪਿੰਡ ਵਿੱਚ ਕਿਸੇ ਨੂੰ ਦੱਸੀ। ਯਿਸੂ ਆਪਣੇ ਚੇਲਿਆਂ ਦੇ ਨਾਲ ਕੈਸਰੀਆ ਫਿਲਿੱਪੀ ਦੇ ਪਿੰਡਾਂ ਨੂੰ ਗਿਆ ਅਤੇ ਰਾਹ ਵਿੱਚ ਉਸਨੇ ਆਪਣੇ ਚੇਲਿਆਂ ਨੂੰ ਪੁੱਛਿਆ, ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ? ਉਹਨਾਂ ਨੇ ਉਸ ਨੂੰ ਕਿਹਾ, ਯੂਹੰਨਾ ਬਪਤਿਸਮਾ ਦੇਣ ਵਾਲਾ। ਹੋਰ ਕੁਝ ਲੋਕ ਕਹਿੰਦੇ ਹਨ ਏਲੀਆ ਅਤੇ ਕੁਝ ਹੋਰ ਲੋਕ ਕਹਿੰਦੇ ਹਨ ਨਬੀਆਂ ਵਿੱਚੋਂ ਕੋਈ। ਉਸਨੇ ਉਹਨਾਂ ਨੂੰ ਪੁੱਛਿਆ, ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? ਪਤਰਸ ਨੇ ਉਸ ਨੂੰ ਉੱਤਰ ਦਿੱਤਾ, ਤੂੰ ਮਸੀਹਾ ਹੈ। ਉਸਨੇ ਉਹਨਾਂ ਨੂੰ ਸਖਤ ਤਾਕੀਦ ਦਿੱਤੀ ਕਿ ਉਹ ਉਸ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ। ਫਿਰ ਉਹ ਆਪਣੇ ਚੇਲਿਆਂ ਨੂੰ ਇਹ ਸਿਖਾਉਣ ਲੱਗਾ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਕੁਝ ਸਹਿਣਾ ਹੈ ਅਤੇ ਉਸ ਨੂੰ ਬਜ਼ੁਰਗਾਂ, ਮੁੱਖ ਕਾਹਿਨਾਂ ਅਤੇ ਧਰਮ ਗ੍ਰੰਥੀਆਂ ਵੱਲੋਂ ਰੱਦੇ ਜਾਣਾ ਅਤੇ ਮਾਰੇ ਜਾਣਾ ਅਤੇ 3 ਦਿਨਾਂ ਦੇ ਬਾਅਦ ਜੀ ਉੱਠਣਾ ਹੈ। ਉਸਨੇ ਇਹ ਸਭ ਬਿਲਕੁਲ ਸਾਫ਼-ਸਾਫ਼ ਦੱਸਿਆ। ਪਤਰਸ ਉਸ ਨੂੰ ਇੱਕ ਪਾਸੇ ਲੈ ਗਿਆ ਅਤੇ ਰੋਸ ਕਰਨ ਲੱਗਾ, ਪਰ ਉਸਨੇ ਪਿੱਛੇ ਮੁੜ ਕੇ ਆਪਣੇ ਚੇਲਿਆਂ ਵੱਲ ਵੇਖਦਿਆਂ ਪਤਰਸ ਨੂੰ ਡਾਂਟਿਆ ਅਤੇ ਆਖਿਆ, ਪਿੱਛੇ ਹਟ ਸ਼ੈਤਾਨ, ਕਿਉਂਕਿ ਤੇਰੀ ਸੋਚ ਖੁਦਾ ਵੱਲ ਦੀ ਨਹੀਂ ਸਗੋਂ ਮਨੁੱਖਾਂ ਵੱਲ ਦੀ ਹੈ। ਉਸਨੇ ਆਪਣੇ ਚੇਲਿਆਂ ਦੇ ਵੱਲ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਆਖਿਆ, ਜੇਕਰ ਕੋਈ ਮੇਰੀ ਪੈਰਵੀ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜੋ ਕੋਈ ਆਪਣੇ ਜੀਵਨ ਨੂੰ ਬਚਾਈ ਰੱਖਦਾ ਹੈ ਅਤੇ ਉਹ ਉਸ ਨੂੰ ਗਵਾਵੇਗਾ, ਅਤੇ ਜੋ ਕੋਈ ਆਪਣੇ ਜੀਵਨ ਨੂੰ ਮੇਰੇ ਅਤੇ ਅੰਜੀਰ ਦੀ ਖਾਤਰ ਗਵਾਉਂਦਾ ਹੈ ਉਹ ਉਸ ਨੂੰ ਬਚਾਏਗਾ। ਕਿਉਂਕਿ ਮਨੁੱਖ ਨੂੰ ਕੀ ਫਾਇਦਾ ਜੇਕਰ ਉਹ ਸਾਰਾ ਸੰਸਾਰ ਜਿੱਤ ਲਵੇ ਅਤੇ ਆਪਣਾ ਜੀਵਨ ਗਵਾ ਬੈਠੇ? ਮਨੁੱਖ ਆਪਣੇ ਜੀਵਨ ਦੇ ਬਦਲੇ ਕੀ ਦੇ ਸਕਦਾ ਹੈ? ਕਿਉਂਕਿ ਜੋ ਕੋਈ ਇਹ ਦੁਸ਼ਟ ਅਤੇ ਪਾਪੀ ਪੀੜ੍ਹੀ ਵਿੱਚੋਂ ਮੇਰੇ ਤੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਉਂਦਾ ਹੈ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ ਜਦੋਂ ਉਹ ਪਵਿੱਤਰ ਫਰਿਸ਼ਤਿਆਂ ਦੇ ਨਾਲ ਆਪਣੇ ਬਾਪ ਦੀ ਮਹਿਮਾ ਵਿੱਚ ਆਵੇਗਾ।